सिद्धू मूसेवाला दिल इंसाफ की मंग की जा रही है। जिस दिन सिद्धू मूसेवाला का संस्कार होया सी उस दिन सिद्धू मूसेवाला के माता पिता दियां दिल नूं पसीजण वालियां तस्वीरां सामने आईयां सी ते कैंडल मार्च वाले दिन भी कुछ अजिहियां ही तस्वीरां देखण नूं मिलियां। मूसा पिंड दी सरपंच ते शुभदीप सिंह सिद्धू मूसेवाला दी माता चरण कौर जो अपने 6 फुट के जवान पुत नूं बुत बणिया देख के भावुक हो गई। पहला तो माता चरण कौर ने अपने गग्गू पुत दे पैरों दे विच मोमबत्तियां जगाईयां ते फिर अपने पुत दे बुत नूं जफ्फी पा के चुमदी रही, भावुक हो रही सी। ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਨਜ਼ਰ ਆ ਰਹੀ ਹੈ ਔਰ ਕਾਫੀ ਭਾਵਕ ਤਸਵੀਰਾਂ ਨੇ ਔਰ ਕਿਤੇ ਨਾ ਕਿਤੇ ਜਾ ਕੇ ਸਿੱਧੂ ਮੂਸੇਵਾਲੇ ਦੇ ਮਾਤਾ ਅਤੇ ਪਿਤਾ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਇਹਨਾਂ ਦੇ ਬੇਟੇ ਦਾ ਅੰਤਿਮ ਸੰਸਕਾਰ ਹੋਇਆ ਸੀ। ਮਾਂ ਨੂੰ ਭਾਵੁਕ ਹੁੰਦਿਆਂ ਦੇਖ ਉੱਥੇ ਖੜੇ ਲੋਕ ਵੀ ਭਾਵੁਕ ਹੋਏ। ਹੁਣ ਮੋਮਬੱਤੀ ਜਗਾਈ ਪਿਤਾ ਬਲਕੌਰ ਸਿੰਘ ਨੇ। ਉਹਨਾਂ ਨੇ ਆਪਣੇ ਪੁੱਤ ਦੇ ਸੰਸਕਾਰ ਵੇਲੇ ਵੱਡਾ ਚਿਹਰਾ ਦਿਖਾਇਆ ਸੀ, ਪੱਟ ਦੇ ਉੱਤੇ ਥਾਪੀ ਮਾਰ ਕੇ ਸਿੱਧੂ ਦੀ ਯਾਦ ਨੂੰ ਤਾਜ਼ਾ ਕੀਤਾ ਸੀ ਤੇ ਕੈਂਡਲ ਮਾਰਚ ਮੌਕੇ ਪੁੱਤ ਦੇ ਪੈਰਾਂ ਦੇ ਵਿੱਚ ਉਹਨਾਂ ਨੇ ਮੋਮਬੱਤੀਆਂ ਜਗਾਈਆਂ। ਆਪਣੇ ਪੁੱਤ ਨੂੰ ਸੈਲੂਟ ਮਾਰਦੇ ਉਹ ਭਾਵੁਕ ਹੋਏ। ਉਹਨਾਂ ਦੇ ਫਾਦਰ ਨੇ ਬਲਕੌਰ ਸਿੰਘ ਉਹ ਵੀ ਨਜ਼ਰ ਆ ਰਹੇ ਨੇ ਔਰ ਆਪਦੇ ਪੁੱਤ ਨੂੰ ਚੁੰਮ ਰਹੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬੇਟੇ ਨੂੰ ਜੱਫੀ ਪਾਈ ਹੈ ਤੇ ਥਾਪੀ ਬੇਟੇ ਨੂੰ ਦਿੰਦੇ ਹੋਏ ਬਲਕੌਰ ਸਿੰਘ ਨਜ਼ਰ ਆ ਰਹੇ ਨੇ। ਬੜੀਆਂ ਭਾਵੁਕ ਤਸਵੀਰਾਂ ਨੇ, ਬੇਟੇ ਨੂੰ ਸਲੂਟ ਮਾਰ ਰਹੇ ਨੇ। ਤਸਵੀਰਾਂ ਬੇहद ਭਾਵੁਕ ਨੇ। ਇਸ ਤੋਂ ਬਾਅਦ ਇੱਥੋਂ ਮਾਰਚ ਮਾਨਸਾ ਦੀ ਅਨਾਜ ਮੰਡੀ ਦੇ ਵੱਲ ਰਵਾਨਾ ਹੋਇਆ। ਤਾਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ। 29 ਮਈ ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ। ਉਧਰ ਸਿੱਧੂ ਮੂਸੇਵਾਲਾ ਦੀ ਸਮਾਧ ਤੋਂ ਬਾਅਦ ਮਾਰਚ ਮਾਨਸਾ ਅਨਾਜ ਮੰਡੀ ਦੇ ਵੱਲ ਵਧਿਆ ਜਿੱਥੇ ਪਹੁੰਚ ਕੇ ਮਾਤਾ ਪਿਤਾ ਨੇ ਲੋਕਾਂ ਨੂੰ ਭਰੇ ਮਨ ਦੇ ਨਾਲ ਸੰਬੋਧਨ ਵੀ ਤੇ ਵੱਡੇ ਜੇਰੇ ਵਾਲਾ ਕਹਿ ਲਵੋ ਜਾਂ ਪਿਤਾ ਬਲਕੌਰ ਸਿੰਘ ਦੋਵੇਂ ਇੱਕੋ ਗੱਲ ਹੈ। ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਕਿਹਾ ਕਿ ਮੈਨੂੰ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਮੂਸੇਵਾਲਾ ਇਕੱਲਾ ਮੇਰਾ ਪੁੱਤ ਨਹੀਂ ਸਗੋਂ ਲੱਖਾਂ ਲੋਕਾਂ ਦਾ ਪੁੱਤ ਸੀ। ਤਾਂ ਸਿੱਧੂ ਦੇ ਨਾਮ ਦੇ ਨਾਰੇ ਗੂੰਜਦੇ ਹੋਏ ਨਜ਼ਰ ਆਏ ਸਿੱਧੂ ਮੂਸੇਵਾਲਾ ਦੇ ਪਿਤਾ। ਜਿੱਥੇ ਸਿੱਧੂ ਦੇ ਨਾਮ ਤੇ ਨਾਰੇ ਲਗਵਾ ਰਹੇ ਸੀ ਤਾਂ ਕਾਨੂੰਨ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ, ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਖੜੇ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਲਾਰੈਂਸ ਅਤੇ ਜੱਗੂ ਦੀ ਜਾਨ ਨੂੰ ਖਤਰਾ ਦੱਸੇ ਜਾਣ ਤੇ ਵੀ ਪਿਤਾ ਨੇ ਇਤਰਾਜ਼ ਜਤਾਇਆ ਅਤੇ ਪੁੱਛਿਆ ਕਿ ਜੇ ਕਿਸੇ ਦੀ ਧੀ ਪੁੱਤ ਨੂੰ ਮਾਰੋਗੇ ਤਾਂ ਖਤਰਾ ਤਾਂ ਹੋਵੇਗਾ ਹੀ। ਸੈਂਟਰ ਸਰਕਾਰ ਦਾ ਫਰਮਾਨ ਹੈ, ਸਟੇਟ ਨੂੰ ਲਾਰੈਂਸ ਦੀ ਜਾਨ ਨੂੰ ਖਤਰਾ ਹੈ, ਜੱਗੂ ਨੂੰ ਖਤਰਾ ਹੈ। ਵੀਰੋ 70 100 ਪਰਚੇ ਕਰਕੇ ਖਤਰਾ ਕਿਹਨੂੰ ਹੋਵੇ, ਮੈਨੂੰ ਹੋਵੇ ਤੇ ਜੇ ਲੋਕਾਂ ਦੇ ਪੁੱਤ ਮਾਰ ਕੇ ਖਤਰਾ ਲੋਕਾਂ ਦਾ ਫਿਰ ਡਰਦੇ ਇਸ ਗੱਲ ਤੋਂ। ਗੈਂਗਸਟਰਾਂ ਨੂੰ ਵੀਵੀਆਈਪੀ ਸੁਰੱਖਿਆ ਨੂੰ ਲੈ ਕੇ ਵੀ ਪਿਤਾ ਦਾ ਦਰਦ ਛਲਕਿਆ ਤੇ ਕਿਹਾ ਕਿ ਜਦੋਂ ਮੇਰਾ ਪੁੱਤ ਬਿਨਾਂ ਸੁਰੱਖਿਆ ਦੀ ਵਜ੍ਹਾ ਨਾਲ ਮਾਰਿਆ ਗਿਆ ਤਾਂ ਫਿਰ ਗੈਂਗਸਟਰਾਂ ਨੂੰ ਬੁਲਟ ਪ੍ਰੂਫ ਗੱਡੀਆਂ ਉਹ ਦੇਖਦੇ ਨੇ ਤਾਂ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ। ਇਹਦੇ ਸਰਗਣੇ 200 ਬੰਦਾ ਲੈ ਕੇ ਵੀਆਈਪੀ ਟ੍ਰੀਟਮੈਂਟ ਲੈ ਕੇ ਚੱਲਦੇ ਨੇ ਕਿ ਵੀਰੋ ਤੱਕ ਆਪਣੇ ਹਿਰਦੇ ਬਲੁੰਦਰੇ ਹੀ ਜਾਂਦੇ ਨੇ। ਪਿਤਾ ਨੇ ਮੁੜ ਹੋਮਲੈਂਡ ਸੁਸਾਇਟੀ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਉੱਥੇ ਰਹਿਣ ਵਾਲੇ ਚਿੱਟੇ ਕੱਪੜਿਆਂ ਦੇ ਵਿੱਚ ਕਮਿਸ਼ਨ ਲੈਂਦੇ ਨੇ ਤੇ ਨਾਲ ਹੀ ਸਰਕਾਰਾਂ ਤੋਂ ਵੀ ਸਵਾਲ ਪੁੱਛਿਆ ਕਿ ਕਾਨੂੰਨ ਸਾਰਿਆਂ ਦੇ ਲਈ ਇੱਕ ਨਹੀਂ ਹੈ। ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕੀਤਾ ਤਾਂ ਉਸ ਤੋਂ ਬਾਅਦ ਸੰਬੋਧਨ ਮਾਤਾ ਚਰਨ ਕੌਰ ਦੇ ਵੱਲੋਂ ਵੀ ਕੀਤਾ ਗਿਆ ਤੇ ਜਵਾਨ ਪੁੱਤ ਨੂੰ ਇਨਸਾਫ ਦੇ ਲਈ ਵੱਡੀ ਗਿਣਤੀ 'ਚ ਇਕੱਠ ਦੇਖ ਕੇ ਉਹ ਭਾਵੁਕ ਵੀ ਹੋ ਗਏ। ਬਰਾਤ ਚੜਾਉਣੀ ਸੀ ਤੇ ਬਰਾਤ ਦੀ ਥਾਂ ਤੇ ਮੈਨੂੰ ਅੱਜ ਕਿਹੜੇ ਰਾਹ ਤੇ ਤੋਰ ਗਿਆ। ਇਹ ਦਰਦ ਉਸ ਮਾਂ ਦਾ ਹੈ ਜਿਸ ਨੇ ਆਪਣੇ ਪੁੱਤ ਦੇ ਵਿਆਹ ਦੀ ਉਮਰ ਦੇ ਵਿੱਚ ਸਿਵਾ ਸੇਕਿਆ ਤੇ ਆਪਣੇ ਪੁੱਤ ਦੀ ਵਿਆਹ ਦੀ ਗੱਲ ਕਰਦਿਆਂ ਭਾਵੁਕ ਵੀ ਹੋਈ। ਸਿੱਧੂ ਮੂਸੇਵਾਲਾ ਦੀ ਮਾਂ ਨੇ ਕੈਂਡਲ ਮਾਰਚ ਦੌਰਾਨ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਭਾਵੁਕ ਹੁੰਦੇ ਹੋਏ ਪੁੱਛਿਆ ਕਿ ਇਕੱਠ ਉਹ ਦੇਖ ਰਹੇ ਨੇ ਪਰ ਉਹ ਆਪਣੇ ਪੁੱਤ ਦੀ ਬਰਾਤ ਦੇਖਣਾ ਚਾਹੁੰਦੇ ਸੀ ਪਰ ਇਹ ਕਿਹੜੇ ਕੰਮ ਕਰਨੇ ਪੈ ਰਹੇ ਨੇ। ਮਨ ਬਹੁਤ ਦੁਖੀ ਹੁੰਦਾ, ਪੁੱਤਾਂ ਬਿਨਾ ਕੋਈ ਸੰਪत्ति ਕੰਮ ਨਹੀਂ ਆਉਂਦੀ ਕਿਸੇ ਦੇ। ਕੀ ਕਰਨਾ ਸੀ ਹਵੇਲੀਆਂ ਨੂੰ ਜਦੋਂ ਸਾਡਾ ਸੂਰਜ ਹੀ ਛਿਪ ਗਿਆ। ਮੂਸੇਵਾਲਾ ਦੀ ਮਾਤਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁੱਛ ਰਹੀ ਹੈ ਕਿ ਮੇਰੇ ਪੁੱਤ ਦਾ ਕਸੂਰ ਕੀ ਸੀ। ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਹਰ ਮਾਂ ਨੂੰ ਆਪਣਾ ਪੁੱਤ ਸਿੱਧੂ ਲੱਗਦਾ ਸੀ ਪਰ ਸਿੱਧੂ ਫੁਕਰਾ ਨਹੀਂ ਸੀ।
ਉਹਨੇ ਕੋਈ ਫੁਕਰੀ ਨਹੀਂ ਮਾਰੀ ਸੀ, ਬਥੇਰਾ ਫੁਕਰੀ ਕਹਿੰਦੇ ਸੀ ਫੁਕਰਾ ਫੁਕਰਾ। ਅਸੀਂ ਕੁਛ ਨਹੀਂ ਆਇਆ ਵੀ ਸਾਡਾ ਕਸੂਰ ਦਾ ਦੱਸ ਦਿਓ, ਸਾਡੇ ਬੱਚੇ ਦਾ ਕਸੂਰ ਦਾ ਦੱਸ ਦਿਓ। ਮਾਂ ਦਾ ਦਰਦ ਵੀ ਦਿਖ ਰਿਹਾ ਸੀ। ਮਾਂ ਦਾ ਕਹਿਣਾ ਹੈ ਕਿ ਇਹ ਜ਼ਮੀਨਾਂ ਹਵੇਲੀਆਂ ਕੀ ਕਰ ਰਹੀਆਂ ਨੇ ਜਦ ਉਹਨਾਂ ਦਾ ਬੇਟਾ ਹੀ ਨਹੀਂ ਰਿਹਾ। तो सवाल तो वड्डा है कि सिद्धू मूसेवाला दे वल्लों कमाई बहुत की गई पर हुण परिवार दे कोलों खुद ही नहीं है। संबोधन होया बाहरली अनाज मंडी मानसा दे विच ते मानसा मंडी तो यह मार्च फिर वधिया पिंड जवाहर के वाले पासे जिथे मूसेवाला नूं गोलियां मारियां गईयां। ਵੱਡੀ ਗਿਣਤੀ ਦੇ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ। ਮੂਸੇਵਾਲਾ ਦੀਆਂ ਤਸਵੀਰਾਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਤੇ ਨਾਲ ਟਰੈਕਟਰ ਟਰਾਲੀ ਜਿਸ ਦੇ ਵਿੱਚ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਜ਼ਰ ਆਉਂਦੇ ਨੇ ਤੇ ਫਿਰ ਪਹੁੰਚੇ ਜਵਾਹਰ ਕੇ ਪਿੰਡ, ਉਸ ਥਾਂ ਦੇ ਉੱਤੇ ਜਿੱਥੇ ਉਹਨਾਂ ਦੇ ਜਵਾਨ ਪੁੱਤ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ ਤੇ ਉਸ ਥਾਂ ਨੂੰ ਪਹਿਲਾਂ ਮੱਥਾ ਟੇਕਿਆ ਜਿੱਥੇ ਮੂਸੇਵਾਲਾ ਦੀ ਥਾਰ ਖੜੀ ਸੀ ਤੇ ਉਸ ਦੇ ਵਿੱਚ ਲਾਸ਼ ਬਣ ਕੇ ਉਹ ਪਿਆ ਸੀ ਤੇ ਫਿਰ ਉਸ ਕੰਧ ਦੇ ਅੱਗੇ ਮੋਮਬੱਤੀਆਂ ਜਗਾਈਆਂ ਗਈਆਂ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ। ਮਾਤਾ ਪਿਤਾ ਦੋਵੇਂ ਇਸ ਮੌਕੇ ਤੇ ਬੋਲਦਿਆਂ ਭਾਵੁਕ ਵੀ ਹੋਏ। ਜਿੱਥੇ ਮੋਮਬੱਤੀਆਂ ਜਗਾਈਆਂ ਉੱਥੇ ਲੋਕਾਂ ਨੇ ਮੂਸੇਵਾਲਾ ਅਮਰ ਰਹੇ ਦੇ ਨਾਰੇ ਵੀ ਲਗਾਏ। ਤਾਂ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। ਪਰਿਵਾਰ ਨੇ ਮੁੱਖ ਤੌਰ ਤੇ 3 ਮੰਗਾਂ ਰੱਖੀਆਂ ਨੇ ਜਿਸ ਦੇ ਵਿੱਚ ਪਰਿਵਾਰ ਜ਼ਿਕਰ ਕਰ ਰਿਹਾ ਕਿ ਗੋਲਡੀ ਬਰਾੜ ਨੂੰ ਲਿਆਂਦਾ ਜਾਵੇ, ਹਿੰਦੁਸਤਾਨ ਪੰਜਾਬ ਲਿਆਂਦਾ ਜਾਵੇ ਜੋ ਮਾਸਟਰਮਾਈਂਡ ਹੈ ਇਸ ਦਾ, ਤੇ ਨਾਲ ਹੀ ਪਰਿਵਾਰ ਇਹ ਵੀ ਮੰਗ ਕਰ ਰਿਹਾ ਹੈ कि जो लिंक है पंजाबी इंडस्ट्री और गैंगस्टर्स का उसनों भी घोखिया जाए, उसकी भी जांच होनी चाहिए है। खैर परिवार भावुक, प्रशंसक भावुक नजर आए पर जदों जिस उम्र दे विच ब्याह वालियां खुशियां होनियां सी या बरात कढ़नी सी परिवार ने ते उन्हां नूं इंसाफ दे लई दुनिया तो जा चुके अपने पुत दे लई कैंडल मार्च कढ़ना पवे फिर फर्क तां पैंदा है। उधर गैंगस्टर दविंदर बंबीहा गैंग ने एक बार फिर तो धमकी दी है जिस दे विच लॉरेंस जग्गू ਅਤੇ ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀ ਅਤੇ ਸਿੰਗਰ ਮਨਕੀਰਤ ਔਲਖ ਸਾਡੇ ਜਾਨੀ ਦੁਸ਼ਮਣ ਨੇ। ਇਹਨਾਂ ਨੂੰ ਮਾਰੇ ਬਿਨਾ ਸਾਡੀ ਰੂਹ ਨੂੰ ਚੈਨ ਨਹੀਂ ਮਿਲੇਗਾ। ਮਨਕੀਰਤ ਔਲਖ ਨੂੰ ਹਰ ਹਾਲ ਦੇ ਵਿੱਚ ਮਾਰਨਾ ਹੈ, ਉਹ ਚਾਹੇ ਕੈਨੇਡਾ ਜਾਵੇ ਜਾਂ ਫਿਰ 7ਵੇਂ ਅਸਮਾਨ ਦੇ ਉੱਤੇ ਰੱਬ ਦੇ ਕੋਲ ਚਲਿਆ ਜਾਵੇ। ਬੰਬੀਹਾ ਗੈਂਗ ਚੇਤਾਵਨੀ ਦੇ ਰਿਹਾ ਕਿ ਮੈਂ ਪੋਸਟ ਪਾਈ ਅਤੇ ਗ੍ਰਹਿ ਮੰਤਰਾਲੇ ਦੇ ਵਿੱਚ ਹਫੜਾ ਦਫੜੀ ਮਚ ਗਈ। ਉਹ ਸਰਕਾਰ ਦੇ ਦਾਮਾਦ ਲਾਰੈਂਸ ਅਤੇ ਜੱਗੂ ਨੂੰ ਬਚਾਉਣ ਦੇ ਵਿੱਚ ਜੁਟ ਗਏ। ਜਿੰਨਾ ਮਰਜ਼ੀ ਇੰਤਜ਼ਾਮ ਕਰ ਲਓ, ਇਹ ਜ਼ਰੂਰ ਮਰਨਗੇ, ਇਹ ਸਾਡਾ ਵਾਅਦਾ ਹੈ। ਸਰਕਾਰ ਜਿੰਨੀ ਮਰਜ਼ੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾ ਲਵੇ, ਇਸ ਦੇ ਵਿੱਚ ਕੁਝ ਕਰਪਟ ਪੁਲਿਸ ਵਾਲੇ ਨੇ ਜੋ ਸਾਨੂੰ ਗੈਂਗਸਟਰ ਬਣਾ ਕੇ ਸਟਾਰ ਲਗਵਾਉਂਦੇ ਨੇ, ਪਰ ਹੁਣ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ। ਇਹਨਾਂ ਨੂੰ ਉੱਥੋਂ ਕੱਢ ਕੇ ਮਾਰਾਂਗੇ। ਸੁਲਤਾਨ ਦਵਿੰਦਰ ਬੰਬੀਹਾ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਧਮਕੀ ਦਿੱਤੀ ਗਈ ਹੈ। ਪੰਜਾਬ ਪੁਲਿਸ ਇਸ ਦੀ ਵੀ ਜਾਂਚ ਹੁਣ ਕਰ ਰਹੀ ਹੈ।